ਸੰਡ ਸੁਪਤੀ ਨਾ ਥੀਐ ਕੰਤਾਵੈ ਕੰਤੈ। ਕਹਿੰਦੇ ਉਂਝ ਤਾਂ ਬਨਸਪਤੀ ਕੇਵਲ ਬਸੰਤ ਦੇ ਵਿੱਚ ਹੀ ਮੌਲਦੀ ਹੈ ਨਾ, ਪਰ ਕਹਿੰਦੇ ਜੇਕਰ ਕਰੀਰ ਬਸੰਤ ਦੇ ਵਿੱਚ ਨਹੀਂ ਮੌਲਦਾ ਤਾਂ ਉਹ ਬਸੰਤ ਨੂੰ ਦੋਸ਼ ਦੇਵੇ ਵੀ ਬਸੰਤ ਦੇ ਵਿੱਚ ਹੀ ਦੋਸ਼ ਹੈ। ਸਤਿਗੁਰ ਦੇ ਘਰ ਦੇ ਵਿੱਚ ਹਰ ਵਕਤ ਬਸੰਤ ਹੁੰਦੀ ਹੈ, ਅੱਠੇ ਪਹਿਰ ਬਸੰਤ ਹੁੰਦੀ ਹੈ, 24 ਘੰਟੇ ਬਸੰਤ ਹੁੰਦੀ ਹੈ, ਇੱਕ ਇੱਕ ਸੈਕਿੰਡ ਦੇ ਵਿੱਚ ਬਸੰਤ ਹੁੰਦੀ ਹੈ। ਬਸ ਲੋੜ ਹੈ ਆਪਣਾ ਮਨ ਨੀਵਾਂ ਕਰਨ ਦੀ, ਸਤਿਗੁਰ ਦੇ ਅੱਗੇ ਝੁਕਣ ਦੀ ਲੋੜ ਹੈ। ਸਤਿਗੁਰੂ ਜੀ ਆਖਣ ਲੱਗੇ ਇੱਕ ਦੀਪਕ ਗੁਰੂ ਹੁੰਦਾ ਹੈ, ਜਿਹੜਾ ਦੀਵਾ ਹੋਵੇ, ਤੇਲ ਪਿਆ ਹੋਇਆ ਹੋਵੇ, ਵੱਟੀ ਪਈ ਹੋਈ ਹੋਵੇ, ਫਿਰ ਉਹਨਾਂ ਨੂੰ ਪ੍ਰਜਵਲਿਤ ਕਰ ਸਕਦਾ ਹੈ, ਉਂਝ ਨਹੀਂ। ਪਰ ਜੇ ਸਤਿਗੁਰ ਮਿਹਰ ਦੇ ਵਿੱਚ ਆ ਜਾਣ ਤਾਂ ਫਿਰ ਕਹਿੰਦੇ ਉਹ ਦੀਵਾ ਵੀ ਪੈਦਾ ਕਰ ਦਿੰਦੇ ਹਨ, ਵੱਟੀ ਵੀ ਪੈਦਾ ਕਰ ਦਿੰਦੇ ਹਨ, ਤੇਲ ਵੀ ਪੈਦਾ ਕਰ ਦਿੰਦੇ ਹਨ, ਸਾਰਾ ਕੁਝ ਆਪ ਹੀ ਕਰ ਦਿੰਦੇ ਹਨ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਣ। ਮਾਨ ਸਰੋਵਰ ਦੇ ਉੱਪਰ ਜਾ ਕੇ ਬਗਲੇ ਵੀ ਹੰਸ ਨਹੀਂ ਹੁੰਦੇ, ਸਤ ਸੰਗਤ ਰੂਪੀ ਸਤਿਗੁਰ ਦੇ ਘਰ ਦੇ ਵਿੱਚ ਆ ਕੇ, ਇੱਥੇ ਆ ਕੇ ਕਾਂ ਵੀ ਹੰਸ ਹੋ ਜਾਂਦੇ ਹਨ। ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਇੱਥੇ ਕਾਂ ਵੀ ਹੰਸ ਹੋ ਜਾਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ। ਉਹ ਕਹਿੰਦੇ ਸਤਿਗੁਰ ਪਾਰਸ ਪਰਸਿਐ ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੇ ਲਾਖੀਣਾ। ਕਹਿੰਦੇ ਵਾਸ ਦੇ ਵਿੱਚ ਵੀ ਵਾਸ਼ਨਾ ਭਰ ਦਿੰਦੇ ਹਨ। ਬਿਲਕੁਲ ਕੋਈ ਨਿਕੰਮੇ ਤੋਂ ਨਿਕੰਮਾ ਬੰਦਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਝੋਲੀ ਅੱਡੇ ਕਿ ਸਤਿਗੁਰ ਜੀ ਮਿਹਰ ਕਰੋ, ਸਤਿਗੁਰ ਉਹਨਾਂ ਦੇ ਉੱਪਰ ਵੀ ਮਿਹਰ ਕਰ ਦਿੰਦੇ ਹਨ। ਸਤਿਗੁਰ ਪੂਰਾ ਪਾਰ ਜਾਤ ਸਿੰਬਲ ਸਫਲ ਕਰੇ ਸੰਗ ਲੀਣਾ, ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪਰਬੀਣਾ। ਮਾਨ ਸਰੋਵਰ ਸਤਿਗੁਰੂ ਕਾਗੋਂ ਹੰਸ ਜਲੋਂ ਦੁੱਧ ਪੀਣਾ। ਫਿਰ ਕਹਿੰਦੇ ਜਿਹੜੇ ਬੰਧਨਾਂ ਦੇ ਵਿੱਚ ਜੀਵ ਪਿਆ ਹੋਇਆ ਹੈ ਨਾ, ਇੱਕ ਬਾਹਰ ਦੇ ਬੰਧਨ ਹੁੰਦੇ ਹਨ, ਇੱਕ ਅੰਦਰ ਦੇ ਬੰਧਨ ਹੁੰਦੇ ਹਨ, ਔਗਣਾਂ ਦੇ ਬੰਧਨ ਹੁੰਦੇ ਹਨ, ਜਿਨ੍ਹਾਂ ਦੀ ਬਾਬਤ ਸਤਿਗੁਰਾਂ ਨੇ ਫਰਮਾਇਆ ਹੈ ਕਿ ਹੇਤ ਕੇ ਬੰਧਨ ਤੋੜ ਨਾ ਸਕੈ, ਤਾਂ ਜਮ ਕਰੇ ਖੁਆਰੀ ਜੀਓ। ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਸਮਰੱਥ ਸਤਿਗੁਰੂ ਦੇ ਚਰਨਾਂ ਦੇ ਵਿੱਚ ਮਿਲ ਕੇ ਹਾਜ਼ਰੀ ਲਵਾਈਏ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਗੁਰ ਬੰਦੀ ਛੋੜ ਹੈ, ਸਤਿਗੁਰ 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 ਬੰਦੀ ਛੋੜ ਹੈ। ਜੀਵਨ ਮੁਕਤ ਕਰੇ ਓਡੀਣਾ, 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 ਜੀਵਨ ਮੁਕਤ ਕਰੇ ਓਡੀਣਾ। ਗੁਰਮੁਖ
ਗੁਰਮੁਖ ਮਨ ਅਪਤੀਜ ਪਤੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਗੁਰਮੁਖ ਮਨ ਅਪਤੀਜ ਪਤੀਨਾ, ਗੁਰਮੁਖ ਮਨ ਅਪਤੀਜ ਪਤੀਨਾ। ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ। ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ। ਜੀਵਨ ਮੁਕਤ ਕਰਿਓ ਡੀਣਾ, ਜੀਵਨ ਮੁਕਤ ਕਰਿਓ ਡੀਣਾ। ਜੀਵਨ ਮੁਕਤ ਕਰਿਓ ਡੀਨਾ, ਜੀਵਨ ਮੁਕਤ ਕਰਿਓ ਡੀਨਾ। ਸੋ ਸਾਧ ਸੰਗਤ ਜੀ, ਸਮਰੱਥ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨ ਦੀ ਲੋੜ ਹੈ, ਜਿਨ੍ਹਾਂ ਦੇ ਵਿੱਚ ਕੋਈ ਸ਼ੰਕਾ ਨਹੀਂ, ਕੋਈ ਸੁਭਾ ਨਹੀਂ ਵੀ ਪ੍ਰਤੱਖ ਹਨ ਜਾਂ ਨਹੀਂ। ਇਹ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਪ੍ਰਤੱਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇੱਕ ਸਤਿਗੁਰਾਂ ਦਾ ਮਿਲਾਪ ਸਰੀਰ ਕਰਕੇ ਹੁੰਦਾ ਹੈ, ਇੱਕ ਸਤਿਗੁਰਾਂ ਦੇ ਨਾਲ ਮਿਲਾਪ ਸਮਝ ਕਰਕੇ ਮਤ ਕਰਕੇ ਕਰੀਦਾ ਹੈ। ਆਪਣੀ ਮਤ ਨੂੰ ਤਿਆਗਦੇ ਜਾਣਾ, ਗੁਰੂ ਦੀ ਮਤ ਨੂੰ ਧਾਰਨ ਕਰਦੇ ਜਾਣਾ, ਇਹ ਹੁੰਦਾ ਹੈ ਵੀ ਗੁਰੂ ਦੇ ਦਰ ਦੇ ਉੱਪਰ ਆਪਾਂ ਕਦਮ ਦਰ ਕਦਮ ਚੱਲਦੇ ਹੋਏ ਆ ਰਹੇ ਹਾਂ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਪ੍ਰਤੱਖ ਚਰਨਾਂ ਦੇ ਨਾਲ ਚੱਲਣਾ ਹੁੰਦਾ ਹੈ। ਜਿਹੜੇ ਚੱਲ ਕੇ ਆਉਂਦੇ ਹਨ ਉਹ ਵੀ ਧੰਤਾ ਦੇ ਯੋਗ ਹਨ, ਭਾਗਾਂ ਵਾਲੇ ਹਨ। ਪਰ ਜਿਹੜੇ ਇੱਕ ਇੱਕ ਬਚਨ ਸਤਿਗੁਰਾਂ ਦਾ ਮੰਨਣ ਲੱਗ ਪੈਂਦੇ ਹਨ, ਅਸਲ ਦੇ ਵਿੱਚ ਅੰਦਰੂਨੀ ਰੂਪ ਦੇ ਵਿੱਚ ਚੱਲਣਾ ਇਹ ਹੁੰਦਾ ਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਰਹਿਮਤਾਂ ਦੇ ਨਾਲ ਮਾਲਾ ਮਾਲ ਕਰਦੇ ਹਨ। ਜਿਹੜੇ ਇਸ ਤਰ੍ਹਾਂ ਦਾ ਚੱਲਣਾ, ਜਿਹੜੇ ਇਸ ਤਰ੍ਹਾਂ ਦਾ ਮਿਲਣਾ ਸਿੱਖ ਲੈਂਦੇ ਹਨ। ਕਿਉਂਕਿ ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਜਿਸ ਤਰ੍ਹਾਂ ਹਜ਼ੂਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸਤਿਕਾਰ ਦੇ ਨਾਲ ਅੱਖਰੀ ਅਰਥ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੈ ਜਗ ਅੰਧ ਹੈ, ਅੰਧ ਕਰਮ ਕਮਾਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸਮਝਾ ਰਹੇ ਹਨ ਕਿ ਪੂਰੇ ਗੁਰੂ ਸਤਿਗੁਰੂ ਨੂੰ ਮਿਲਣ ਤੋਂ ਬਗੈਰ, ਸਤਿਗੁਰੂ ਦੀ ਭੇਟ ਹੋਣ ਤੋਂ ਬਗੈਰ, ਭੇਟੇ ਤੋਂ ਭਾਵ ਹੈ ਕਿ ਮਿਲਾਪ ਕਰਨਾ, ਸਰੀਰ ਦਾ ਮਿਲਾਪ ਵੀ ਕਰਨਾ। ਜਿਸ ਤਰ੍ਹਾਂ ਆਪਾਂ ਸਾਰੇ ਸਰੀਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਸਮਝ ਕਰਕੇ ਸੁਰਤ ਕਰਕੇ ਮਿਲਾਪ ਕਰਨਾ। ਕਹਿੰਦੇ ਜਿਹੜੇ ਇਸ ਤਰ੍ਹਾਂ ਸਮਝ ਕਰਕੇ ਮਿਲਾਪ ਕਰਦੇ ਹਨ ਉਹ ਭਾਗਾਂ ਵਾਲੇ, ਜਿਹੜੇ ਕਹਿੰਦੇ ਨਹੀਂ ਕਰਦੇ ਉਹ ਫਿਰ ਜਗਤ ਦੇ ਵਿੱਚ ਹਨੇਰੇ ਦੇ ਵਿੱਚ ਤੁਰੇ ਫਿਰਦੇ ਹਨ। ਜਗ ਅੰਧ ਹੈ। ਭਾਵੇਂ ਜਿੰਨਾ ਮਰਜੀ ਕੋਈ ਸਿਆਣਾ ਹੋਵੇ, ਜਿੰਨਾ ਮਰਜੀ ਕੋਈ ਸਮਝਦਾਰ ਹੋਵੇ, ਪਰ ਕਹਿੰਦੇ ਗੁਰੂ ਦੇ ਮਿਲਾਪ ਤੋਂ ਬਗੈਰ, ਗੁਰੂ ਦੀ ਮੱਤ ਤੋਂ ਬਗੈਰ ਬੰਦਾ ਅੰਧੇ ਦੀ ਤਰ੍ਹਾਂ ਹੀ ਹੈ, ਠੋਕਰਾਂ ਹੀ ਖਾਵੇਗਾ।
ਅੱਖਾਂ ਹੋਣ, ਚਾਨਣਾ ਹੋਵੇ, ਫੇਰ ਹੀ ਸਹੀ ਰਸਤੇ ਤੇ ਸਹੀ ਮੰਜ਼ਿਲ ਤੇ ਪਹੁੰਚਿਆ ਜਾ ਸਕਦਾ ਹੈ। ਜੇ ਹਨੇਰਾ ਹੋਵੇ ਤੇ ਸਿਵਾਏ ਠੋਕਰਾਂ ਤੋਂ ਹੋਰ ਕੁਝ ਨਹੀਂ। ਤਾਂ ਹੀ ਭੱਟ ਸਾਹਿਬਾਨਾਂ ਦੇ ਬਚਨ ਹਨ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਗੁਰ ਨਾਇਣ ਬੈਣ ਗੁਰ ਗੁਰ ਕਰੋ, ਗੁਰੂ ਸਦ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਰਮਾਇਆ, ਜੇ 100 ਚੰਦਾ ਉਗਵੈ, ਸੂਰਜ ਚੜ੍ਹੇ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਐ ਬੰਦੇ, ਜਿੰਨਾ ਮਰਜੀ ਤੂੰ ਸਿਆਣਾ ਹੋਵੇਂ, ਜਿੰਨੇ ਮਰਜੀ ਤੇਰੇ ਜੀਵਨ ਦੇ ਵਿੱਚ ਵਿਦਿਆ ਦੇ ਸੂਰਜ ਚੜ੍ਹ ਜਾਣ, ਪਰ ਤੈਨੂੰ ਅਸਲ ਜੀਵਨ ਦੀ ਸਮਝ ਤਾਂ ਹੀ ਪਵੇਗੀ ਜੇਕਰ ਤੂੰ ਗੁਰੂ ਦੇ ਚਰਨਾਂ ਦੇ ਨਾਲ ਜੁੜੇਗਾ, ਗੁਰੂ ਵਾਲਾ ਬਣੇਗਾ। ਤਾਂ 9 ਪਾਤਸ਼ਾਹੀਆਂ ਤੱਕ ਚਰਨ ਪੌਲ ਦੀ ਮਰਜ਼ਾਦਾ ਚੱਲਦੀ ਰਹੀ। 10ਵੇਂ ਪਾਤਸ਼ਾਹ ਤੱਕ ਵੀ ਕੁਝ ਸਮੇਂ, ਫਿਰ 1699 ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਦੀ ਮਰਜ਼ਾਦਾ ਬੰਨੀ ਹੈ। ਇਸ ਕਰਕੇ ਅੰਮ੍ਰਿਤ ਛਕ ਕੇ, ਗੁਰੂ ਵਾਲੇ ਬਣ ਕੇ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਫੇਰ ਹੀ ਅਸਲ ਜੀਵਨ ਦੀ ਸਮਝ ਪੈਂਦੀ ਹੈ। ਕਹਿੰਦੇ ਜਗਤ ਦੇ ਵਿੱਚ ਅੰਧੇ ਕਰਮ, ਵਿਅਰਥ ਹੀ ਕਰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਦਾ ਕੋਈ ਫਲ ਨਹੀਂ, ਜਿਨ੍ਹਾਂ ਦਾ ਕੋਈ ਬਹੁਤਾ ਲਾਭ ਨਹੀਂ। ਮੁਸ਼ੱਕਤ ਜ਼ਿਆਦਾ ਘਾਲਦੇ ਹਨ, ਲਾਭ ਬਹੁਤ ਘੱਟ ਮਿਲਦਾ ਹੈ। ਜੇਕਰ ਗੁਰੂ ਵਾਲਾ ਬਣ ਕੇ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਥੋੜੀ ਸੇਵਾ ਕਰੇ, ਭਾਗ ਜ਼ਿਆਦਾ ਲੱਗਦਾ ਹੈ। ਇੱਕ ਜਪਜੀ ਸਾਹਿਬ ਹੀ ਪੜ੍ਹੇ, ਸਤਿਗੁਰੂ ਜੀ ਬਹੁਤੀਆਂ ਬਖਸ਼ਿਸ਼ਾਂ ਦਿੰਦੇ ਹਨ। ਪਰ ਗੁਰੂ ਵਾਲਾ ਬਣਿਆ ਹੋਇਆ ਹੋਵੇ, ਗੁਰੂ ਦੀ ਮੱਤ ਨੂੰ ਧਾਰਨ ਕੀਤਾ ਹੋਇਆ ਹੋਵੇ। ਗੁਰੂ ਨੂੰ ਛੱਡ ਕੇ ਸਤਿਗੁਰੂ ਜੀ ਕਹਿੰਦੇ ਜਗਤ ਦੇ ਲੋਕ ਠੋਕਰਾਂ ਖਾਂਦੇ ਹਨ। ਸਭ ਦੇ ਸਿਉ ਚਿਤ ਨਾ ਲਾਵਈ, ਜਿਤ ਸੁਖ ਵਸੈ ਮਨ ਆਏ। ਸਤਿਗੁਰੂ ਜੀ ਕਹਿੰਦੇ ਸ਼ਬਦ ਦੇ ਨਾਲ ਆਪਣਾ ਚਿੱਤ ਨਹੀਂ ਜੋੜਦੇ, ਧਿਆਨ ਨਹੀਂ ਜੋੜਦੇ, ਕਿਉਂਕਿ ਇਹ ਧਰਮ ਦੀ ਸਾਧਨਾ, ਧਿਆਨ ਦੀ ਸਾਧਨਾ ਹੈ। ਧਿਆਨ ਹੋਰ ਪਾਸੇ ਭਟਕਦਾ ਰਹਿੰਦਾ ਹੈ, ਰਸਨਾ ਬਾਣੀ ਪੜ੍ਹਦੀ ਰਹਿੰਦੀ ਹੈ। ਭਾਵੇਂ ਇਸ ਦਾ ਵੀ ਫਲ ਹੈ, ਪਰ ਇੰਨਾ ਨਹੀਂ ਜਿੰਨਾ ਹੋਣਾ ਚਾਹੀਦਾ ਹੈ। ਸਤਿਗੁਰਾਂ ਨੇ ਸੁਲਤਾਨਪੁਰ ਦੇ ਨਵਾਬ ਨੂੰ, ਕਾਜੀ ਨੂੰ ਕਿਹਾ ਸੀ ਵੀ ਤੁਸੀਂ ਹਜ਼ੂਰੀ ਦੇ ਵਿੱਚ ਨਹੀਂ, ਤੁਹਾਡਾ ਧਿਆਨ ਬਾਹਰ ਭਟਕ ਰਿਹਾ ਹੈ, ਤੁਸੀਂ ਘੋੜੇ ਖਰੀਦ ਰਹੇ ਹੋ। ਇਹ ਸਾਧ ਸੰਗਤ ਜੀ ਸਾਡੇ ਵਾਸਤੇ ਵੀ ਸਿੱਖਿਆ ਹੈ ਵੀ ਆਪਾਂ ਵੀ ਕੋਈ ਨਾ ਕੋਈ ਘਰ ਦਾ ਸੌਦਾ ਖਰੀਦਦੇ ਰਹਿੰਦੇ ਹਾਂ, ਰਸਨਾ ਸਾਡੀ ਬਾਣੀ ਪੜ੍ਹੀ ਚਲੀ ਜਾਂਦੀ ਹੈ। ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਦੇ ਵਿੱਚ ਬਾਰੰਬਾਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ, ਬਾਣੀ ਪੜ੍ਹੋ, ਹਜ਼ੂਰੀ ਦੇ ਵਿੱਚ ਪੜ੍ਹੋ, ਹਜ਼ੂਰੀ ਦਾ ਸਬਕ ਪਕਾਓ। ਵੀ ਆਪਾਂ ਬਾਣੀ ਪੜ੍ਹ ਰਹੇ ਹਾਂ, ਸਤਿਗੁਰ ਬਾਣੀ ਸੁਣ ਰਹੇ ਹਨ, ਸਤਿਗੁਰ ਹਾਜ਼ਰ ਨਾਜ਼ਰ ਹਨ, ਇਸ ਤਰ੍ਹਾਂ ਦੀ ਭਾਵਨਾ ਬਣਾਓ। ਕਹਿੰਦੇ ਚਿੱਤ ਤਾਂ ਪਦਾਰਥਾਂ ਦੇ ਵਿੱਚ ਹੁੰਦਾ ਹੈ, ਪਰ ਗੱਲ ਆਪਾਂ ਪਰਮਾਤਮਾ ਦੀ ਕਰਦੇ ਹਾਂ। ਸਤਿਗੁਰ ਸਿਓ ਚਿੱਤ ਨਾ ਲਾਇਓ। ਸ਼ਬਦ ਦੇ ਵਿੱਚ ਚਿੱਤ ਨਹੀਂ ਜੋੜਦੇ, ਕਿਉਂਕਿ ਸ਼ਬਦ ਦੇ ਵਿੱਚ ਧਿਆਨ ਜੁੜਨ ਦੇ ਨਾਲ ਹੀ ਸੁੱਖ ਮਿਲਦਾ ਹੈ, ਫਿਰ ਹੀ ਸ਼ਾਂਤੀ ਮਿਲਦੀ ਹੈ। ਆਪਾਂ ਕਹਿੰਦੇ ਸ਼ਾਂਤੀ ਨਹੀਂ ਮਿਲਦੀ, ਧਿਆਨ ਜੋੜਾਂਗੇ, ਬਾਣੀ ਦੇ ਵਿੱਚ ਸ਼ਾਂਤੀ ਭਰੀ ਹੋਈ ਹੈ, ਸੁੱਖ ਭਰਿਆ ਹੋਇਆ ਹੈ। ਬਾਣੀ ਦੇ ਵਿੱਚ ਹੈ ਹੀ ਸ਼ਾਂਤੀ, ਸੁੱਖ ਹੀ ਸੁੱਖ, ਚੈਨ ਹੀ ਚੈਨ। ਜੇਕਰ ਬਾਣੀ ਦੇ ਵਿੱਚ ਧਿਆਨ ਜੋੜਾਂਗੇ ਫਿਰ ਸ਼ਾਂਤੀ ਮਿਲਦੀ ਹੈ, ਫਿਰ ਸੁੱਖ ਮਿਲਦਾ ਹੈ।
ਤਾਮਸ ਲੱਗਾ ਸਦਾ ਫਿਰੈ ਅਹਨਸ ਜਲਤ ਬਿਹਾਏ। ਕਹਿੰਦੇ ਤਾਮਸੀ ਗੁਣਾਂ ਦੇ ਵਿੱਚ ਇਹ ਜੀਵ ਤਮੋ ਗੁਣ ਦੇ ਵਿੱਚ ਉਲਝਿਆ ਰਹਿੰਦਾ ਹੈ। ਆਲਸ, ਨਿੰਦਰਾ, ਅਵਿਦਿਆ ਆਦਿਕਾਂ ਨੂੰ ਤਾਮਸੀ ਗੁਣ ਕਿਹਾ ਗਿਆ ਹੈ। ਸੁੱਤੇ ਰਹਿਣਾ, ਬਹੁਤਾ ਖਾਣਾ, ਆਲਸ ਕਰਨਾ, ਨਿਤਨੇਮ ਨਾ ਕਰਨਾ, ਬਾਣੀ ਨਾ ਪੜ੍ਹਨੀ, ਨਾਮ ਨਾ ਜਪਣਾ, ਇਹ ਸਭ ਤਾਮਸੀ ਗੁਣ ਹਨ। ਤਾਮਸ ਲੱਗਾ ਸਦਾ ਫਿਰੈ, ਇਹਨਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਫਿਰ ਕਹਿੰਦੇ ਅਹਨਿਸ ਦਿਨੇ ਰਾਤ ਜਲਤ ਬਿਹਾਏ, ਇਹ ਜੀਵ ਅੰਦਰੋਂ ਜਲਦਾ ਰਹਿੰਦਾ ਹੈ। ਭਾਵੇਂ ਆਪਣੇ ਮੁਖ ਤੋਂ ਦੂਸਰਿਆਂ ਨੂੰ ਹੱਸ ਹੱਸ ਕੇ ਵਿਖਾਲਦਾ ਹੈ, ਮੁਸਕਰਾ ਮੁਸਕਰਾ ਕੇ ਦਿਖਾਲਦਾ ਹੈ, ਪਰ ਕਹਿੰਦੇ ਅੰਦਰ ਇਸ ਦੇ ਬਹੁਤ ਭਾਰੀ ਜਲਨ ਚੱਲਦੀ ਰਹਿੰਦੀ ਹੈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਕਹਿੰਦੇ ਕੋਈ ਸੁਖ ਨਹੀਂ, ਕੋਈ ਚੈਨ ਨਹੀਂ, ਇਹ ਸਭ ਜਲ ਰਹੇ ਹਨ। ਕਾਮ ਕ੍ਰੋਧ ਜਲੈ ਸਭ ਕੋਈ, ਸਭ ਜਲ ਰਹੇ ਹਨ। ਬਿਹਾਏ, ਇਹਨਾਂ ਦੇ ਵਿੱਚ ਹੀ ਕਹਿੰਦੇ ਜਿਹੜੀ ਉਮਰ ਹੈ ਨਾ ਉਹ ਬਤੀਤ ਹੁੰਦੀ ਜਾਂਦੀ ਹੈ, ਸਮਾਂ ਹੱਥੋਂ ਨਿਕਲਦਾ ਜਾਂਦਾ ਹੈ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ। ਇਹ ਠਹਿਰਨ ਮੂਲ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਜੋ ਤਿਸ ਭਾਵੈ ਸੋ ਥੀਆ, ਕਹਿਣਾ ਕਿਛੂ ਨਾ ਜਾਏ। ਹੁਣ ਸਤਿਗੁਰੂ ਜੀ ਬ੍ਰਹਮ ਦ੍ਰਿਸ਼ਟੀ ਦੀ ਗੱਲ ਕਰਦੇ ਹਨ। ਜਿਹੜੇ ਬ੍ਰਹਮ ਦ੍ਰਿਸ਼ਟ ਹੁੰਦੇ ਹਨ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਜੇਕਰ ਜੀਵ ਦੁੱਖ ਭੋਗ ਰਹੇ ਹਨ, ਆਪਣੇ ਕਰਮਾਂ ਦਾ ਹੀ ਫਲ ਪਾ ਰਹੇ ਹਨ। ਜੇ ਕਿਸੇ ਦੇ ਜੀਵਨ ਦੇ ਵਿੱਚ ਕੋਈ ਸੁੱਖ ਚੈਨ ਹੈਗਾ ਹੈ, ਮਾਲਕ ਦੀ ਮਿਹਰ ਹੈ, ਚੰਗੇ ਕਰਮ ਹੋਣਗੇ। ਇਸ ਲਿਹਾਜ਼ ਦੇ ਨਾਲ ਕਹਿ ਦਿੰਦੇ ਹਨ ਕਿ ਸਾਰਾ ਕੁਝ ਪਰਮਾਤਮਾ ਹੀ ਕਰ ਰਿਹਾ ਹੈ, ਉਸ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਚੰਗੇ ਕਰਮਾਂ ਵਾਲਿਆਂ ਨੂੰ ਚੰਗਾ ਫਲ, ਮਾੜੇ ਵਾਲਿਆਂ ਨੂੰ ਮਾੜਾ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪਟ। ਆਪਣੇ ਆਪਣੇ ਭਾਗ ਹਨ। ਮਹੱਲਾ ਤੀਜਾ। ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਵੱਡੇ ਸਤਿਗੁਰਾਂ ਨੇ ਹੁਕਮ ਕੀਤਾ ਹੈ, ਫਰਮਾਇਆ ਹੈ, ਭਾਈ ਇਹ ਕੰਮ ਕਰਿਆ ਕਰੋ। ਗੁਰੂ ਦੁਆਰੇ ਹੋਏ ਕਾ ਸਾਹਿਬ ਸੰਭਾਲਿਓ। ਗੁਰਦੁਆਰੇ ਦੇ ਨਾਲ ਸਰੀਰ ਕਰਕੇ ਵੀ ਭਾਵਨਾ ਜੋੜੋ, ਮਨ ਕਰਕੇ ਵੀ ਭਾਵਨਾ ਜੋੜੋ। ਗੁਰੂ ਦੇ ਕੋਲੋਂ ਮੱਤ ਵੀ ਲੈਣੀ ਚਾਹੀਦੀ ਹੈ। ਜਿਹੜੇ ਸਰੀਰ ਕਰਕੇ ਗੁਰੂ ਦੇ ਦੁਆਰੇ ਤੇ ਆਏ ਗੁਰਦੁਆਰੇ, ਉਹ ਵੀ ਧੰਤਾ ਦੇ ਯੋਗ, ਪਰ ਜਿਨ੍ਹਾਂ ਨੇ ਗੁਰਦੁਆਰੇ ਦੇ ਨਾਲ ਭਾਵਨਾ ਜੋੜ ਲਈ, ਸਤਿਗੁਰੂ ਕਪਾਟ ਖੋਲ ਦਿੰਦੇ ਹਨ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਫਿਰ ਸਤਿਗੁਰੂ ਪਾਤਸ਼ਾਹ ਜੀ ਅਰਸ ਕੁਰਸ਼ ਦੀ ਸੋਝੀ ਕਰਵਾਉਂਦੇ ਹਨ। ਸਾਹਿਬ ਸਦਾ ਹਜੂਰ ਹੈ, ਪਰਮੇ ਕੇ ਸੋੜ ਕਟ ਕਾ ਅੰਤਰ ਜੋਤ ਤਰੇ। ਸਤਿਗੁਰੂ ਜੀ ਕਹਿੰਦੇ ਪਹਿਲੇ ਭਾਵਨਾ ਬਣਾਓ ਕਿ ਉਹ ਵਾਹਿਗੁਰੂ ਪਰਮੇਸ਼ਰ ਸਾਹਿਬ ਸਦਾ ਹੀ ਹਾਜ਼ਰ ਨਾਜ਼ਰ ਹੈ, ਸਦਾ ਹੀ ਅੰਗ ਸੰਗ ਹੈ। ਦਿਖਾਈ ਕਿਉਂ ਨਹੀਂ ਦੇ ਰਿਹਾ? ਸਾਡੇ ਅਜੇ ਦਿਵ ਨੇਤਰ ਖੁੱਲੇ ਹੋਏ ਨਹੀਂ। ਉਹਨਾਂ ਦੇ ਅੰਦਰ ਅੱਗੇ ਭਰਮ ਦੇ ਪਰਦੇ ਪਏ ਹੋਏ ਹਨ, ਕਿਉਂਕਿ ਆਪਾਂ ਭਰਮ ਦੇ ਵਿੱਚ ਜੀਵਦੇ ਹਾਂ। ਛੋੜ ਜਾਹੇ ਸੇ ਕਰੇ ਪਰਾਲ, ਕਾਮ ਨ ਆਵੇ ਸੇ ਜੰਜਾਲ।
ਸੰਗ ਨ ਚਾਲੈ ਤਿਨ ਸਿਉ ਹੀਤ, ਜੋ ਬੈਰਾਈ ਸੇਈ ਮੀਤ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਧੋ ਸਿਉ ਰਚਿਓ ਮੀਠਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀ ਮਰਨ ਵਿਚਾਰਾ। ਇਹ ਭਰਮ ਦੀ ਗੱਲ ਕੀਤੀ ਹੈ। ਜਿਹੜੀਆਂ ਮਿਥਿਆ ਵਸਤੂਆਂ ਹਨ ਉਹਨਾਂ ਨੂੰ ਸੱਚ ਕਰਕੇ ਜਾਣਦੇ ਹਾਂ, ਜੋ ਸੱਚ ਹੈ ਉਸ ਨੂੰ ਝੂਠ ਕਰਕੇ ਜਾਣਦੇ ਹਾਂ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹ ਲਾਏ ਹੋ। ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਰੋਗ ਅਗਿਆਨਤਾ ਦਾ, ਵਿਦਿਆ ਦਾ ਹੈ, ਇਹ ਕਿਵੇਂ ਦੂਰ ਹੋਵੇਗਾ? ਕਹਿੰਦੇ ਵੀ ਨਾਮ ਹੀ ਦਾਰੂ ਹੈ ਜਿਹੜਾ ਹਰ ਤਰ੍ਹਾਂ ਦੇ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹੜਾ ਦੈਵਿਕ ਰੋਗ, ਅਧਿਆਤਮਿਕ ਰੋਗ ਦੂਰ ਕਰ ਦਿੰਦਾ ਹੈ। ਉਂਝ ਸਾਰੇ ਹੀ ਰੋਗਾਂ ਨੂੰ ਦੂਰ ਕਰ ਸਕਦਾ ਹੈ। ਸਰਬ ਰੋਗ ਕਾ ਔਖਦ ਨਾਮ। ਪਰ ਜਿਹੜਾ ਕਹਿੰਦੇ ਅਗਿਆਨਤਾ ਦਾ, ਅਵਿਦਿਆ ਦਾ ਰੋਗ ਹੈ ਨਾ, ਇਹ ਨਾਮ ਅੰਮ੍ਰਿਤ, ਨਾਮ ਦਾਰੂ ਦੇ ਨਾਲ ਹੀ ਦੂਰ ਹੁੰਦਾ ਹੈ। ਹੋਰ ਕਿਸੇ ਸਮਝ ਨਾਲ, ਕਿਸੇ ਗਿਆਨ ਨਾਲ ਨਹੀਂ। ਸਤਿਗੁਰ ਦੇ ਬਖਸ਼ਿਸ਼ ਕੀਤੇ ਹੋਏ ਨਾਮ ਦਾ ਅਭਿਆਸ ਹੀ ਕਰਨਾ ਪੈਂਦਾ ਹੈ। ਅੱਜ ਤੱਕ ਜਿਤਨੇ ਵੀ ਮਹਾਂਪੁਰਸ਼ ਹੋਏ ਹਨ, ਭਾਵੇਂ ਸੰਤ ਹਨ, ਬ੍ਰਹਮ ਗਿਆਨੀ ਹਨ, ਸ਼ਹੀਦ ਹਨ, ਸਾਰੇ ਨਾਮ ਬਾਣੀ ਦੇ ਅਭਿਆਸੀ ਹਨ। ਇਸ ਕਰਕੇ ਕਹਿੰਦੇ ਇਹ ਰੋਗ ਤਾਂ ਹੀ ਮਿਟਦੇ ਹਨ ਜਦ ਆਪਾਂ ਨਾਮ ਦਾ ਅਭਿਆਸ ਕਰਦੇ ਹਾਂ। ਸਤਿਗੁਰ ਕਾ ਭਾਣਾ ਚਿਤ ਰੱਖੋ, ਸੰਜਮ ਸੱਚਾ ਨੇਹੋ। ਕਹਿੰਦੇ ਸਤਿਗੁਰ ਦੇ ਭਾਣੇ ਨੂੰ, ਸਤਿਗੁਰ ਦੇ ਹੁਕਮ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਇੱਕ ਪਰਮੇਸ਼ਰ ਦਾ ਭਾਣਾ ਹੁੰਦਾ ਹੈ ਜਿਹੜਾ ਕਿ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਜਾ ਕੇ ਫਿਰ ਉਸ ਦੇ ਵਿੱਚ ਬ੍ਰਹਮ ਗਿਆਨੀ ਜੀਵਦੇ ਹਨ। ਦੁੱਖ ਆ ਗਿਆ ਕੋਈ ਪਰਵਾਹ ਨਹੀਂ, ਸੁੱਖ ਆ ਗਿਆ ਕੋਈ ਪਰਵਾਹ ਨਹੀਂ। ਇੱਕ ਸਤਿਗੁਰ ਦਾ ਭਾਣਾ ਹੈ ਜਿਹੜੀ ਸਤਿਗੁਰ ਦੀ ਮਰਜ਼ਾਦਾ ਹੈ। ਸਤਿਗੁਰੂ ਜੀ ਕੀ ਕਹਿ ਰਹੇ ਹਨ, ਕੀ ਫਰਮਾ ਰਹੇ ਹਨ, ਆਪਾਂ ਕੀ ਕਰ ਰਹੇ ਹਾਂ। ਦੇਖਣਾ ਕਿਵੇਂ ਹੈ, ਸੁਣਨਾ ਕਿਵੇਂ ਹੈ, ਖਾਣਾ ਕਿਵੇਂ ਹੈ, ਚੱਲਣਾ ਕਿਵੇਂ ਹੈ, ਇਹ ਸਾਰਾ ਸਤਿਗੁਰੂ ਜੀ ਦੱਸਦੇ ਹਨ। ਕਹਿੰਦੇ ਇਹਨਾਂ ਗੱਲਾਂ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਸਤਿਗੁਰ ਦੇ ਭਾਣੇ ਨੂੰ। ਨਾਨਕ ਐਥੇ ਸੁਖੇ ਅੰਦਰ ਰਾਖਸੀ, ਅੱਗੇ ਅਰਸ ਕੇਰ ਕਰੇ। ਸਤਿਗੁਰੂ ਜੀ ਫਿਰ ਇੱਥੇ ਵੀ ਸੁੱਖ ਦੇ ਵਿੱਚ ਰੱਖਦੇ ਹਨ, ਅੱਗੇ ਵੀ ਪਰਮੇਸ਼ਰ ਦੇ ਨਾਲ ਵੀ ਫਿਰ ਮਿਲ ਕੇ ਬਹੁਤ ਕੇਲਾਂ ਕਰੀਦੀਆਂ ਹਨ। ਬਹੁਤ ਭਾਰੀ ਫਿਰ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਮੌਜਾਂ ਮਾਣਦੇ ਹਨ, ਆਨੰਦ ਮਾਣਦੇ ਹਨ ਵਾਹਿਗੁਰੂ ਜੀ ਦੇ ਨਾਲ ਮਿਲ ਕੇ। ਬਾਕੀ ਸਾਰੇ ਸੁੱਖ ਫਿਰ ਫਿੱਕੇ ਪੈ ਜਾਂਦੇ ਹਨ। ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਆਠ ਪਹਿਰ ਖੁਸ਼ੀਆਂ ਘਣੀ ਧਿਆਏ, ਮੁਖ ਨਾ ਮੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਫਿਰ ਸਾਰੇ ਸੁੱਖ ਫਿੱਕੇ ਪੈ ਜਾਂਦੇ ਹਨ। ਗੁਰਮੁਖ ਐਸੀਆਂ ਮੌਜਾਂ ਮਾਣਦੇ ਹਨ, ਐਸਾ ਆਨੰਦ ਮਾਣਦੇ ਹਨ। ਪੌੜੀ ਆਪੇ ਭਾਰ 18 ਬਨਸਪਤ, ਆਪੇ ਹੀ ਫਲ ਲਾਏ। ਵਾਹਿਗੁਰੂ ਜੀ ਨੇ ਸਾਰੇ 18 ਭਾਰ ਬਨਸਪਤੀ ਆਪ ਹੀ ਬਣਾਈ ਹੈ, ਫਲ ਲਾਉਣ ਵਾਲਾ ਵੀ ਆਪ ਹੀ ਹੈ। ਆਪੇ ਮਾਲੀ ਆਪ ਸਭ ਸਿੰਚੈ, ਆਪੇ ਹੀ ਮੋਹਿ ਪਾਏ। ਆਪ ਹੀ ਮਾਲੀ ਹੋ ਕੇ ਪਾਲਣਾ ਵੀ ਕਰਦਾ ਹੈ ਪ੍ਰਤੱਖ ਬਨਸਪਤੀ ਦੀ ਵੀ, ਅਤੇ ਸੰਸਾਰ ਰੂਪੀ ਜਿਹੜੇ ਜੀਵ ਰੂਪੀ ਬਨਸਪਤੀ ਹੈ ਉਹਨਾਂ ਦੀ ਵੀ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਉਹ ਮਾਲੀ ਹੋ ਕੇ ਆਪ ਹੀ ਜਗਤ ਦੀ ਪਾਲਣਾ ਕਰਦਾ ਹੈ। ਆਪੇ ਕਰਤਾ ਆਪੇ ਭੁਗਤਾ,
ਆਪੇ ਦੇ ਦਿਵਾਏ। ਪੌੜੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਬ੍ਰਹਮ ਦ੍ਰਿਸ਼ਟੀ ਦੀ ਗੱਲ ਕਰ ਰਹੇ ਹਨ ਕਿ ਫਿਰ ਸਾਰੇ ਪਾਸੇ ਉਹ ਆਪ ਹੀ ਆਪ ਦਿਖਾਈ ਦਿੰਦਾ ਹੈ, ਦੇਣ ਵਾਲਾ ਵੀ ਆਪ, ਦਿਵਾਉਣ ਵਾਲਾ ਵੀ ਆਪ। ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹਾ ਸਮਾਏ। ਆਪੇ ਸਾਹਿਬ ਮਾਲਕ ਹੈ, ਰੱਖਿਆ ਕਰਨ ਵਾਲਾ ਵੀ ਆਪ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਰਮਿਆ ਹੋਇਆ ਵੀ ਆਪ ਹੀ ਹੈ। ਜਨ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ, ਜਿਸ ਨਾ ਤਿਲ ਨਾ ਤਮਾਏ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਸ ਨੂੰ ਵਡਿਆਈ ਕਰਨ ਦੀ ਤਿਲ ਜਿੰਨੀ ਵੀ ਕਰਵਾਉਣ ਦੀ ਤਮਾ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਇਹ ਸਾਰੇ ਮਿਲ ਕੇ ਆਖਣ ਲੱਗ ਪੈਣ ਵੱਡਾ ਹੈ ਵੱਡਾ ਹੈ, ਉਸਨੇ ਸਾਰਿਆਂ ਦੇ ਆਖਿਆਂ ਵੱਡਾ ਨਹੀਂ ਹੋ ਜਾਣਾ। ਜੇ ਸਾਰੇ ਆਖਣ ਲੱਗ ਪੈਣ ਛੋਟਾ ਹੈ, ਕਿਸੇ ਦੇ ਆਖਿਆਂ ਉਸਨੇ ਛੋਟਾ ਨਹੀਂ ਹੋ ਜਾਣਾ। ਔਰ ਜਿਹੜੀ ਉਸ ਦੀ ਸਿਫਤ ਸਲਾਹ ਕਰਦੇ ਹਨ, ਜਿਹੜੇ ਉਹ ਆਪਣੇ ਭਲੇ ਵਾਸਤੇ ਕਰਦੇ ਹਨ, ਕਿਉਂਕਿ ਇਸ ਰੂਹੇ ਜ਼ਮੀਨ ਦੇ ਵਿੱਚ ਕਰੀਬਨ ਸਾਰਿਆਂ ਦੀ ਇੱਛਾ ਹੁੰਦੀ ਹੈ ਵੀ ਮੇਰੀ ਸੋਭਾ ਹੋਵੇ, ਮੇਰੀ ਵਡਿਆਈ ਹੋਵੇ। ਕਹਿੰਦੇ ਉਹ ਦਾਤਾ ਮਾਲਕ ਐਸਾ ਹੈ ਜਿਸ ਨੂੰ ਤਿਲ ਜਿੰਨੀ ਵੀ ਇੱਕ ਤਮਾ ਨਹੀਂ ਵੀ ਮੇਰੀ ਕੋਈ ਸੋਭਾ ਕਰੇ। ਜਿਹੜੇ ਕਰਦੇ ਹਨ ਉਹ ਆਪਣੇ ਭਲੇ ਵਾਸਤੇ ਹੀ ਕਰਦੇ ਹਨ। ਸੋ ਮੂਲ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਇਹੀ ਸਮਝਾਇਆ ਹੈ, ਭਈ ਡੰਬੀਆਂ ਪਖੰਡੀਆਂ ਨੂੰ ਛੱਡ ਕੇ, ਅਨਮਤ ਨੂੰ, ਦੁਰਮਤ ਦਾ ਤਿਆਗ ਕਰਕੇ ਗੁਰਮਤ ਦੇ ਧਾਰਨੀ ਬਣਨਾ ਚਾਹੀਦਾ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ। ਇਸ ਕਰਕੇ ਭਾਈ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਅੰਮ੍ਰਿਤ ਪਾਨ ਕਰੋ, ਗੁਰੂ ਵਾਲੇ ਬਣੋ। ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਉੱਪਰ ਕਿਰਪਾ ਕਰਨ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹਾ ਸਮਾਏ। ਜਨ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ, ਜਿਸ ਨਾ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।